ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਵੱਡਾ ਦਿਨ ਲਾਗੇ ਵੇ, ਬਲਕਿ ਚੰਦ ਦਿਨ ਰਹਿ ਗਏ ਨੇ, ਥੋੜੇ ਹੀ ਦਿਨ ਨੇ। ਤੇ ਇਹ ਖੁਦਾ ਦਾ ਕਲਾਮ ਤੁਹਾਡੇ ਅੱਗੇ ਰੱਖਣ ਲੱਗਾ ਤੇ ਮੈਂ ਉਮੀਦ ਕਰਨਾ ਕਿ ਤੁਸੀਂ ਇਹਨੂੰ ਗੌਰ ਨਾਲ ਸੁਣੋਗੇ। ਖੁਦਾ ਦੇ ਕਲਾਮ 'ਚ ਇੰਝ ਲਿਖਿਆ ਹੈ, ਮੁਕੱਦਸ ਲੂਕਾ ਉਹਦਾ 2 ਬਾਬ ਤੇ ਉਹਦੀ 13 ਤੇ 14 ਐਤ ਅਸੀਂ ਪੜਾਂਗੇ। ਲਿਖਿਆ ਹੈ, ਤੇ ਇੱਕਦਮ ਫਰਿਸ਼ਤੇ ਦੇ ਨਾਲ ਆਸਮਾਨੀ ਫੌਜ ਦਾ ਇੱਕ ਜਥਾ ਹੋ ਗਿਆ, ਜਿਹੜਾ ਖੁਦਾ ਦੀ ਵਡਿਆਈ ਕਰਦਾ ਤੇ ਇਹ ਕਹਿੰਦਾ ਸੀ, ਭਈ ਅਸਮਾਨ ਉੱਤੇ ਖੁਦਾ ਦੀ ਵਡਿਆਈ ਤੇ ਜ਼ਮੀਨ ਉੱਤੇ ਉਹਨਾਂ ਲੋਕਾਂ ਵਿੱਚ ਸੁਲ੍ਹਾ ਜਿਨ੍ਹਾਂ ਨਾਲੋਂ ਰਾਜ਼ੀ ਹੈ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਇਹ ਗੱਲ ਉਦੋਂ ਕਹੀ ਗਈ ਹੈ ਜਦੋਂ ਭੇਡਾਂ ਬੱਕਰੀਆਂ ਚਾਰਨ ਵਾਲੇ, ਡੰਗਰ ਚਾਰਨ ਵਾਲੇ, ਉਹਨਾਂ ਦੇ ਕੋਲ ਫਰਿਸ਼ਤਾ ਗਿਆ ਤੇ ਕਹਿੰਦਾ, ਬੈਤਲਹਮ ਦੇ ਸ਼ਹਿਰ 'ਚ ਜਾਓ ਤੇ ਉੱਥੇ ਵੇਖੋ, ਉੱਥੇ ਮਨੱਜੀ ਯਾਨੀ ਨਜਾਤ ਦੇਣ ਵਾਲਾ ਯਿਸੂ ਮਸੀਹ ਪੈਦਾ ਹੋ ਰਿਹਾ ਹੈ। ਤੇ ਉਹਦੀ ਨਿਸ਼ਾਨੀ ਦੱਸੀ ਵੀ ਤੁਸੀਂ ਇੱਕ ਕੱਪੜੇ ਨੂੰ, ਇੱਕ ਬੱਚੇ ਨੂੰ ਕੱਪੜੇ 'ਚ ਲਪੇਟਿਆ ਹੋਇਆ ਵੇਖੋਗੇ। ਲੋਕ ਬੜੇ ਹੋਣਗੇ, ਲੇਕਿਨ ਇੱਕ ਖੁਰਲੀ ਤੇ ਉਹਦੇ ਕੋਲ ਕੱਪੜੇ 'ਚ ਲਪੇਟਿਆ ਹੋਇਆ ਉਹ ਬੱਚਾ ਵੇਖੋਗੇ ਖੁਰਲੀ ਦੇ ਵਿੱਚ। ਉਹ ਜਿਹੜੇ ਡੰਗਰ ਚਾਰਨ ਵਾਲੇ ਸਨ ਉਹ ਚਲੇ ਗਏ। ਉਹਨਾਂ ਜਾ ਕੇ ਜਦੋਂ ਵੇਖਿਆ ਕਿ ਬੱਚਾ ਵੀ ਹੈ, ਉਹਨੂੰ ਸਜਦਾ ਵੀ ਕੀਤਾ, ਤੇ ਲੇਕਿਨ ਉਹਨਾਂ ਵੇਖਿਆ ਕਿ ਇੱਕ ਜੱਥਾ ਫਰਿਸ਼ਤਿਆਂ ਦਾ ਆ ਗਿਆ ਤੇ ਉਹ ਆ ਕੇ ਤੇ ਗਾਣ ਡੈ ਨੇ, ਤੇ ਰੌਸ਼ਨੀ ਇੰਨੀ ਹੈ ਕਿ ਹੱਦ ਤੋਂ ਜ਼ਿਆਦਾ। ਉਦੋਂ ਲਾਈਟ ਤੇ ਹੈ ਕੋਈ ਨਹੀਂ ਸੀ, ਲੇਕਿਨ ਫਰਿਸ਼ਤਿਆਂ ਦੀ ਨੂਰ ਦੀ ਵਜ੍ਹਾ ਤੋਂ ਇੰਨੀ ਰੌਸ਼ਨੀ ਸੀ ਕਿ ਬੈਤਲਹਮ ਸ਼ਹਿਰ ਇੰਝ ਸੀ ਜਿਵੇਂ ਬੜੀਆਂ ਲਾਈਟਾਂ ਬਲਣ ਡੀਆਂ ਨੇ, ਤੇ ਬੜਾ ਇੱਕ ਜਸ਼ਨ ਹੈ। ਤੇ ਗੱਲ ਹਕੀਕਤ ਜੇ ਉਹ ਖੁਦਾ ਦਾ ਜਸ਼ਨ ਸੀ, ਉਹ ਖੁਦਾ ਦੀ ਦਾਵਤ ਸੀ। ਖੁਦਾ ਨੇ ਸਾਰੇ ਲੋਕਾਂ ਨੂੰ ਬੁਲਾਇਆ ਹੋਇਆ ਸੀ ਕਿ ਵੇਖੋ ਯਿਸੂ ਮਸੀਹ ਮੁਜੱਸਮ ਹੋਣ ਡਿਆ ਜੇ, ਅੱਜ ਯਿਸੂ ਮਸੀਹ ਪੈਦਾ ਹੋਣ ਡਿਆ ਜੇ। ਤੇ ਫਰਿਸ਼ਤੇ ਖੁਸ਼ੀ ਦਾ ਇਜ਼ਹਾਰ ਕਰਨ ਡਏ ਨੇ, ਖੁਸ਼ੀ ਕਰਨ ਡਏ ਨੇ ਤੇ ਗਾਉਣ ਡਏ ਨੇ। ਉਹ ਵੇਖੋ ਸ਼ਾਦੀਆਂ ਦੇ, ਵਿਆਹਾਂ ਸ਼ਾਦੀਆਂ ਤੇ ਸਾਡੀਆਂ ਬੀਬੀਆਂ, ਮਾਵਾਂ, ਭੈਣਾਂ ਗਾਉਂਦੀਆਂ ਨੇ, ਖੁਸ਼ੀ ਕਰਦੀਆਂ ਨੇ, ਇਸ ਲਈ ਕਿ ਖੁਸ਼ੀ ਦਾ ਕੰਮ ਹੁੰਦਾ ਹੈ। ਇਸ ਲਈ ਇਹ ਯਿਸੂ ਮਸੀਹ ਦੀ ਪੈਦਾਇਸ਼ ਤੇ ਅਸਮਾਨ ਤੋਂ ਫਰਿਸ਼ਤੇ ਆਏ ਨੇ ਤੇ ਉਹ ਕੀ ਗਾਣ ਰਹੇ ਨੇ? ਸ਼ਾਇਰੀ ਹੈ, ਲੇਕਿਨ ਇਹਨੂੰ ਉਹਦਾ ਮਤਲਬ ਦੱਸਿਆ ਗਿਆ। ਅਸਮਾਨ ਤੇ ਖੁਦਾ ਦੀ ਵਡਿਆਈ ਹੋਵੇ, ਅਸਮਾਨ ਤੇ ਖੁਦਾ ਦੀ ਵਡਿਆਈ ਹੋਵੇ ਤੇ ਜ਼ਮੀਨ ਤੇ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਤੇ ਉਹ ਰਾਜ਼ੀ ਹੈ ਸੁਲ੍ਹਾ। ਯਾਨੀ ਖੁਦਾ ਦੇ ਨਾਲ ਜਿਹੜੇ ਚੱਲਦੇ ਨੇ, ਜਿਨ੍ਹਾਂ ਤੇ ਖੁਦਾ ਰਾਜ਼ੀ ਹੈ, ਸੁਲ੍ਹਾ ਉਹਨਾਂ ਦੇ ਅੰਦਰ ਹੈ। ਤੇ ਜਿਨ੍ਹਾਂ ਤੋਂ ਖੁਦਾ ਰਾਜ਼ੀ ਨਹੀਂ, ਉਹਨਾਂ 'ਚ ਸੁਲ੍ਹਾ ਕੋਈ ਨਹੀਂ ਜੇ, ਉੱਥੇ ਲੜਾਈਆਂ ਝਗੜੇ ਜੇ। ਤੇ ਅੱਜ ਵੱਡੇ ਦਿਨ ਤੇ ਮੈਂ ਐਸੇ ਗੱਲ ਨੂੰ ਸਾਹਮਣੇ ਰੱਖ ਕੇ ਕਰਨਾ ਚਾਹਨਾ ਕਿ ਵੱਡਾ ਦਿਨ ਆਉਂਦਾ ਪਿਆ ਤੇ ਮਸੀਹਾਂ ਨੂੰ ਖਾਸ ਤੌਰ ਤੇ ਕਹਿਣਾ, ਕੋਈ ਸ਼ਰਾਬ ਨਾ ਪੀਵੇ, ਕੋਈ ਲੜਾਈ ਝਗੜਾ ਨਾ ਕਰੇ, ਇਸ ਲਈ ਕਿ ਖੁਦਾ ਨੇ ਸਾਨੂੰ ਇਬਾਦਤ ਲਈ ਕਿਹਾ ਹੈ। ਉਹ ਜਿਹੜੇ ਚਰਵਾਹੇ ਸਨ ਨਾ, ਜਿਹੜੇ ਡੰਗਰ ਚਾਰਨ ਵਾਲੇ ਸਨ, ਉਹ ਆਏ ਤਾਂ ਉਹਨਾਂ ਵੇਖਿਆ ਫਰਿਸ਼ਤੇ ਗਾਣ ਡਏ ਨੇ
ਤਾਂ ਉੱਥੇ ਇੱਕ ਇਬਾਦਤ ਦਾ ਸਮਾਂ ਹੈ, ਤੇ ਉੱਥੇ ਨਾਲ ਸਜਦਾ ਕਰਕੇ ਇਬਾਦਤ ਸ਼ੁਰੂ ਕਰ ਦਿੱਤੀ ਉਹਨਾਂ ਨੇ। ਅਸਮਾਨ ਦੇ ਖੁਦਾ ਦੀ ਵਡਿਆਈ ਕਰਨ ਰਹੇ ਨੇ। ਅਸਮਾਨ ਤੇ ਵਡਿਆਈ ਹੋ ਰਹੀ ਹੈ, ਅਸਮਾਨਾਂ ਉੱਤੇ ਵਡਿਆਈ ਹੋਵੇ ਕਹਿਣ ਰਹੇ ਨੇ। ਦੇਖੋ ਜ਼ਮੀਨ ਤੇ ਕਹਿੰਦੇ ਨੇ ਜਿਨ੍ਹਾਂ ਨਾਲ ਖੁਦਾ ਰਾਜ਼ੀ ਹੈ ਉਹਨਾਂ ਤੇ ਸੁਲ੍ਹਾ ਹੋਵੇ। ਤੇ ਜੇ ਤੁਸੀਂ ਸ਼ਰਾਬ ਪੀ ਕੇ ਲੜਨਾ ਤੇ ਖੁਦਾ ਤੁਹਾਡੇ ਤੋਂ ਰਾਜ਼ੀ ਕੋਈ ਨਹੀਂ ਜੇਗਾ। ਜੇ ਤੁਸੀਂ ਉਂਝ ਲੜਾਈਆਂ ਰੱਖਣੀਆਂ ਨੇ ਤੇ ਖੁਦਾ ਤੁਹਾਡੇ ਤੋਂ ਰਾਜ਼ੀ ਨਹੀਂ ਜੇ। ਤੇ ਜੇ ਤੁਸੀਂ ਮੋਟਰਸਾਈਕਲਾਂ ਦੇ ਸਲੈਂਸਰ ਖੋਲ ਕੇ ਦੂਜਿਆਂ ਨੂੰ ਤੰਗ ਕਰਨਾ, ਦੂਜਿਆਂ ਨੂੰ ਅਜ਼ੀਅਤ ਦੇਣੀ, ਦੁੱਖ ਦੇਣਾ ਉਹਨਾਂ ਨੂੰ, ਤੇ ਖੁਦਾ ਤੁਹਾਡੇ ਤੇ ਰਾਜ਼ੀ ਨਹੀਂ ਜੇ। ਇਸ ਲਈ ਵੱਡਾ ਦਿਨ ਜਿਹੜਾ ਉਹ ਦੱਸਦਾ ਹੈ ਉਹਦਾ ਪੈਗਾਮ ਕੀ ਹੈ, ਵੱਡੇ ਦਿਨ ਦਾ ਸਬਕ ਕੀ ਹੈ। ਸੁਲ੍ਹਾ ਰੱਖੋ, ਸਲਾਮਤੀ ਹੋਵੇ, ਅਮਨ ਹੋਵੇ। ਤੇ ਜੇ ਤੁਹਾਡੇ 'ਚ ਇਹ ਚੀਜ਼ਾਂ ਨਹੀਂ ਹੈਗੀਆਂ ਤੇ ਫਿਰ ਤੁਹਾਡਾ ਵੱਡੇ ਦਿਨ ਮਨਾਉਣ ਦਾ ਕੋਈ ਹੱਕ ਨਹੀਂ ਜੇ। ਕਿ ਤੁਹਾਨੂੰ ਕੀ ਜ਼ਰੂਰਤ ਹੈ ਵੱਡਾ ਦਿਨ ਮਨਾਉਣ ਦੀ? ਆਮ ਦਿਨਾਂ 'ਚ ਵੀ ਤੁਸੀਂ ਸ਼ਰਾਬ ਪੀਂਦੇ ਹੋ, ਪੈਸਾ ਹੋਵੇ ਸਭ ਕੁਝ ਕਰਦੇ ਹੋ, ਲੇਕਿਨ ਖੁਦਾ ਦਾ ਡਰ ਤੇ ਖੁਦਾ ਦਾ ਖੌਫ ਕਿੱਥੇ ਗਿਆ? ਖੁਦਾ ਦੀ ਇਬਾਦਤ ਕਿੱਥੇ ਗਈ? ਗੈਰ ਕੌਮਾਂ ਸਾਡੇ ਤੋਂ ਉਂਗਲੀਆਂ ਚੁੱਕਦੀਆਂ ਨੇ ਕਿ 24 ਦੀ ਰਾਤ ਨੂੰ ਕੀ ਕੰਮ ਹੁੰਦੇ ਨੇ ਪਏ। ਇਸ ਲਈ ਮੈਂ ਆਪਣੇ ਭਰਾਵਾਂ ਦੇ ਅੱਗੇ, ਆਪਣੀ ਕੌਮ ਦੇ ਲੋਕਾਂ ਅੱਗੇ ਇਹ ਦਰਖਾਸਤ ਕਰਨਾ, ਇਹਨਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਖੁਦਾ ਦੇ ਕਲਾਮ ਦਾ ਲਿਹਾਜ਼ ਕਰੋ ਤੇ ਖੁਦਾ ਦੇ ਤਿਉਹਾਰ ਦਾ ਲਿਹਾਜ਼ ਕਰੋ। ਦੇਖੋ ਸਾਡਾ ਈਮਾਨ ਹੈ ਕਿ ਉਦੋਂ ਆਸਮਾਨ ਤੋਂ ਬਾਪ ਵੀ, ਖੁਦਾ ਵੀ ਥੱਲੇ ਉਤਰਿਆ ਤੇ ਉਹ ਆਪਣੇ ਬੇਟੇ ਨੂੰ ਵੇਖਣ ਡਿਆ ਕਿ ਮੁਜੱਸਮ ਹੋਇਆ, ਯਾਨੀ ਯਿਸੂ ਮਸੀਹ ਦੀ ਪੈਦਾਇਸ਼ ਤੇ ਆਇਆ। ਫਰਿਸ਼ਤੇ ਵੀ ਆਏ ਨੇ, ਇੰਨਾ ਜਸ਼ਨ ਹੋ ਰਿਹਾ, ਇੰਨੀ ਖੁਸ਼ੀ ਹੋ ਰਹੀ ਹੈ। ਤੇ ਥੱਲੇ ਬੰਦਾ ਜਿਹਦੇ ਲਈ ਯਿਸੂ ਆਇਆ ਵੇ ਉਹ ਕੀ ਕਰਨ ਰਿਹਾ ਹੈ? ਸ਼ਰਾਬ ਪੀਣੀ, ਨੱਚਣਾ, ਗਾਣਾ, ਲੜਾਈਆਂ ਕਰਨੀਆਂ, ਦੂਜੇ ਨੂੰ ਦੁੱਖ ਦੇਣਾ। ਇਹ ਖੁਦਾ ਤੇ ਨਹੀਂ ਕਹਿੰਦਾ। ਜ਼ਰਾ ਖੁਦਾ ਵੱਲ ਆਓ ਤੇ ਧਿਆਨ ਕਰੋ, ਆਪਣੀ ਜ਼ਿੰਦਗੀ ਨੂੰ ਬਦਲੋ। ਤੁਹਾਡਾ ਕੰਮ ਹੈ 24 ਦੀ ਰਾਤ, ਕ੍ਰਿਸਮਸ ਦੀ ਰਾਤ ਇਬਾਦਤ ਕਰੋ, ਸੁਬਹ ਇਬਾਦਤ ਕਰੋ। ਤੂੰ ਮੈਨੂੰ ਖੁਦਾਵੰਦ ਬਚਾਇਆ ਹੈ। ਅੱਜ ਨੇ ਮੈਂ ਮੌਤ ਦੀਆਂ ਵਾਦੀਆਂ ਚ ਹੁੰਦਾ, ਅਬਲੀਸ ਨੇ ਮੈਨੂੰ ਕਿਵੇਂ ਘੇਰਿਆ ਹੋਇਆ ਹੈ, ਲੇਕਿਨ ਯਾਦ ਰੱਖੋ ਖੁਦਾ ਸਾਡੇ ਨਾਲ ਹੈ ਤੇ ਸਾਡੀਆਂ ਸਾਂਸਾਂ ਚੱਲਦੀਆਂ ਨੇ ਪਈਆਂ। ਸਾਨੂੰ ਪਲ ਪਲ ਤੇ ਐਕਸੀਡੈਂਟ ਤੋਂ ਬਚਾਉਂਦਾ, ਮੁਸੀਬਤਾਂ ਤੋਂ ਬਚਾਉਂਦਾ, ਦੁੱਖਾਂ ਤੋਂ ਬਚਾਉਂਦਾ, ਮੌਸਮੀ ਅਸਰਾਤ ਤੋਂ ਬਚਾਉਂਦਾ ਹੈ। ਕਿੱਥੇ ਕਿੱਥੇ ਸਾਨੂੰ ਬਚਾਉਂਦਾ ਪਿਆ। ਵੱਡੇ ਵੱਡੇ ਅਬਲੀਸ ਦੇ ਫੰਦਿਆਂ ਤੋਂ ਬਚਾਉਂਦਾ ਹੈ। ਤੇ ਅੱਜ ਖੁਦਾ ਵੱਲ ਧਿਆਨ ਕਰੋ, ਅਮਨ, ਸਲਾਮਤੀ ਤੇ ਸੁਲ੍ਹਾ ਦੇ ਨਾਲ। ਤੇ ਮੈਂ ਲੋਕਾਂ ਨੂੰ ਨਹੀਂ, ਖੁਦਾ ਦੇ ਖਾਦਮਾਂ ਨੂੰ ਵੀ ਕਹਿਣਾ, ਉਹ ਜੇ ਕਿਸੇ ਨਾਲ ਨਾਰਾਜ਼ਗੀ ਰੱਖਦੇ, ਦਿਲ ਢਿੱਡ 'ਚ ਕੋੜ ਰੱਖਦੇ ਹੋ, ਤੇ ਅੱਜ ਖਤਮ ਕਰੋ ਤੇ ਉਹਦੇ ਘਰ ਜਾਓ, ਉਹਦੇ ਨਾਲ ਸੁਲ੍ਹਾ ਕਰੋ, ਇੱਕ ਦੂਜੇ ਦੇ ਗਲੇ ਮਿਲੋ। ਤੇ ਉਤੋਂ ਨਹੀਂ, ਦਿਲੋਂ ਹੋ ਕੇ। ਕਿ ਬੜੀਆਂ ਬੇਇੱਜ਼ਤੀਆਂ ਕਰ ਲਈਆਂ ਨੇ ਤੁਸੀਂ, ਬਹੁਤ ਅਜ਼ੀਅਤਾਂ ਦੇਤੀਆਂ ਨੇ, ਲੇਕਿਨ ਅੱਜ ਵਕਤ ਹੈ ਕਿ ਕ੍ਰਿਸਮਸ ਦਾ ਪੈਗਾਮ ਜੇ ਤੁਸੀਂ ਦੂਜਿਆਂ ਨੂੰ ਕਹਿੰਦੇ ਹੋ ਤੇ ਆਪ ਵੀ ਉਂਝ ਕਰੋ। ਆਪਣੇ ਜਿਨ੍ਹਾਂ ਨੂੰ ਨਾਰਾਜ਼ ਕੀਤਾ ਜੇ, ਜਿਨ੍ਹਾਂ ਨੂੰ ਜ਼ਖਮ ਦਿੱਤੇ ਜੇ, ਜਿਨ੍ਹਾਂ ਨੂੰ ਦੁੱਖ ਦਿੱਤਾ ਜੇ, ਤੁਹਾਡੇ ਹੱਥੋਂ ਵੀ ਬੜਿਆਂ ਨੇ ਦੁੱਖ ਪਾਏ ਨੇ, ਉਹਨਾਂ ਕੋਲੋਂ ਜਾ ਕੇ ਉਹਨਾਂ ਨਾਲ ਸੁਲ੍ਹਾ ਕਰੋ, ਮਾਜ਼ਰਤ ਵੀ ਕਰੋ। ਯਿਸੂ ਮਸੀਹ ਦੇ ਜ਼ਮੀਨ ਤੇ ਆਉਣ ਦਾ ਪੈਗਾਮ ਹੀ ਇਹ ਵੇ, ਅਮਨ, ਮੁਹੱਬਤ ਤੇ ਸੁਲ੍ਹਾ। ਸ਼ੁਰੂਆਤ ਖੁਦਾ ਦੇ ਘਰ ਦੀ ਕਰਨ, ਖੁਦਾ ਦੇ ਬੇਟਿਆਂ ਚੋਂ ਕਰਨ, ਈਮਾਨਦਾਰ ਕਰਨ, ਖੁਦਾ ਦੇ ਖਾਦਮ ਕਰਨ। ਸ਼ੁਰੂਆਤ ਇਹਨਾਂ ਤੋਂ ਹੋਵੇ ਕਿ ਜੀ ਸਾਡੀ ਕੋਈ ਨਾਰਾਜ਼ਗੀ ਨਾ ਹੋਵੇ। ਖੁਦਾ ਦਾ ਕਲਾਮ ਕਹਿੰਦਾ ਹੈ, ਬਾਈਬਲ ਕਹਿੰਦੀ ਹੈ ਨਾ ਕਿ ਤੁਹਾਡੀ ਖਫਗੀ ਸੂਰਜ ਡੁੱਬਣ ਤੱਕ ਹੋਵੇ, ਤੁਹਾਡੀ ਨਾਰਾਜ਼ਗੀ ਸੂਰਜ ਡੁੱਬਣ ਤੱਕ ਹੋਵੇ। ਸੂਰਜ ਡੁੱਬ ਗਿਆ, ਕੋਈ ਨਾਰਾਜ਼ਗੀ ਨਹੀਂ, ਖਤਮ ਹੋ। ਇਸ ਲਈ ਖੁਦਾ ਦੇ ਖਾਦਮ ਜਿਹੜੇ ਨੇ, ਚਾਹੇ ਵੱਡੇ ਨੇ ਚਾਹੇ ਛੋਟੇ ਨੇ, ਉਹਨਾਂ ਨੂੰ ਇਹ ਦੱਸਣਾ ਚਾਹਨਾ ਕਿ ਆਪਣੀਆਂ ਨਾਰਾਜ਼ਗੀਆਂ ਖਤਮ ਕਰਕੇ ਜਿਨ੍ਹਾਂ ਨਾਲ ਨਾਰਾਜ਼ ਹੋ ਉਹਨਾਂ ਦੇ ਘਰ ਜਾਓ ਤੇ ਕ੍ਰਿਸਮਸ ਮਿਲੋ, ਤੇ ਨਾਲੇ ਸੁਲ੍ਹਾ ਤੇ ਸਲਾਮਤੀ ਦਾ ਪੈਗਾਮ ਵੀ ਦਵੋ, ਤੇ ਦਿਲੋਂ ਹੋ ਕੇ, ਢਿੱਡ ਚੋਂ ਕੋੜ ਕੱਢ ਕੇ ਜਾਓ ਤੇ ਸਾਫ਼ ਦਿਲ ਨਾਲ ਜਾਓ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।